गोबिंद सिंह वाहो वाहो गोबिंद सिंह। वाहो वाहो गोबिंद सिंह वाहो वाहो गोबिंद सिंह। आपे गुर चेला आपे गुर चेला आपे गुर चेला आपे गुर चेला। वाहो वाहो गोबिंद सिंह वाहो वाहो गोबिंद सिंह। हर सच्चे तख्त रचाया सत संगत मेला। हर सच्चे तख्त रचाया सत संगत मेला। आपे गुर चेला आपे गुर चेला आपे गुर चेला आपे गुर चेला। वाहो वाहो गोबिंद सिंह वाहो वाहो गोबिंद सिंह। नानक निरपौ निरंकार विच सिद्धा खेला। नानक निरपौ निरंकार विच सिद्धा खेला। आपे गुर चेला आपे गुर चेला आपे गुर चेला आपे गुर चेला। वाहो वाहो गोबिंद सिंह वाहो वाहो गोबिंद सिंह। गुरसिमर मनाई काल का खंडे की बेला। गुरसिमर मनाई काल का खंडे की बेला। आपे गुर चेला आपे गुर चेला आपे गुर चेला आपे गुर चेला। वाहो वाहो गोबिंद सिंह वाहो वाहो गोबिंद सिंह। पियो पहल खंडता होए
जन्म सुहेला। पियो पहल खंडता होए जन्म सुहेला। आपे गुर चेला, आपे गुर चेला, आपे गुर चेला, आपे गुर चेला। वाहो वाहो गोबिंद सिंह, वाहो वाहो गोबिंद सिंह। गुरसंगत कीने खालसा, मन मुखी दोहेला। गुरसंगत कीने खालसा, मन मुखी दोहेला। आपे गुर चेला, आपे गुर चेला, आपे गुर चेला, आपे गुर चेला। वाहो वाहो गोबिंद सिंह, वाहो वाहो गोबिंद सिंह। आपे गुर चेला, आपे गुर चेला, आपे गुर चेला, आपे गुर चेला। वाहो वाहो गोबिंद सिंह, वाहो वाहो गोबिंद सिंह। वाहो वाहो गोबिंद सिंह, आपे गुर चेला। वाहो वाहो गोबिंद सिंह। सो गुरु की साजी नवाजी साध संगत जी, ਇਹ ਪਾਵਨ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਸਤਤ ਦੇ ਵਿੱਚ ਭਾਈ ਗੁਰਦਾਸ ਸਿੰਘ ਜੀ, ਜੋ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ 52 ਕਵੀਆਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਸਤਤ, ਇਹ ਦੂਸਰੇ ਭਾਈ ਗੁਰਦਾਸ ਸਿੰਘ ਜੀ। ਪਹਿਲੇ ਭਾਈ ਗੁਰਦਾਸ ਜੀ ਉਹ ਮਹਾਨ ਨੇ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਅੰਮ੍ਰਿਤਸਰ ਸਾਹਿਬ ਰਾਮਸਰ ਦੇ ਕੰਢੇ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਲਿਖੀ ਹੈ। ਔਰ 40 ਵਾਰਾਂ ਉਹਨਾਂ ਨੇ ਗੁਰਸਿੱਖਾਂ ਦੀਆਂ, ਭਗਤਾਂ ਦੀਆਂ, ਪਿਆਰਿਆਂ ਦੀਆਂ ਜੋ ਰਚੀਆਂ ਨੇ, ਉਹਨਾਂ ਦੇ ਵਿੱਚ 41ਵੀਂ ਵਾਰ ਜੋੜ ਕੇ ਔਰ ਮਾਣ ਬਖਸ਼ਿਆ ਹੈ ਇਸ ਸਿੱਖ ਨੂੰ। ਭਾਈ ਗੁਰਦਾਸ ਸਿੰਘ ਜੀ ਦਾ ਇਹ ਵਚਨ ਆਪ ਜੀ ਸਰਵਣ ਕਰ ਰਹੇ ਹੋ। ਸਾਧ ਸੰਗਤ ਜੀ, ਸੱਚਖੰਡ ਵਾਸੀ ਬ੍ਰਹਮ ਗਿਆਨੀ ਧੰਨ ਧੰਨ ਸੰਤ ਬਾਬਾ ਕਰਤਾਰ ਸਿੰਘ ਜੀ ਠੱਟੇ ਟਿੱਬੇ ਵਾਲੇ, ਜਿਨ੍ਹਾਂ ਦੇ ਜੀਵਨ ਦੇ ਸੰਬੰਧ ਵਿੱਚ ਇਹ ਤੀਸਰੀ ਲੜੀ ਆਪ ਜੀ ਸਰਵਣ ਕਰ ਰਹੇ ਹੋ। ਮਹਾਂਪੁਰਸ਼ ਸੇਵਾ ਕਰਵਾ ਰਹੇ ਨੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ। ਇਹ ਪਾਵਨ ਪਵਿੱਤਰ ਧਰਤੀ ਤੈ ਪ੍ਰਕਾਸ਼ ਹਮਾਰਾ ਪਇਓ,
ਪਟਨਾ ਸ਼ਹਿਰ ਵਿਖੇ ਪਵਲੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਇਹ ਧਰਤੀ ਹੈ। ਇਹ ਉਹੀ ਪਟਨਾ ਹੈ ਸਾਧ ਸੰਗਤ ਜੀ, ਜਿੱਥੇ ਕਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪਣੀਆਂ ਉਦਾਸੀਆਂ ਦੇ ਦੌਰਾਨ ਚਰਨ ਪਾਉਂਦੇ ਨੇ। ਸਾਲਸਰਾ ਇਹ ਜੌਹਰੀ ਪਾਤਸ਼ਾਹ ਦਾ ਸੇਵਕ ਬਣਦਾ ਹੈ। ਅਦਰਕੇ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮੰਜੀ ਬਖਸ਼ਦੇ ਨੇ। ਸਾਧ ਸੰਗਤ ਜੀ, ਸਾਹਿਬ ਦੀ ਕਿਰਪਾ ਦੇ ਨਾਲ ਸਾਲਸਰਾ ਇਹ ਜੌਹਰੀ ਨੇ ਆਪਣੇ ਇਸ ਘਰ ਨੂੰ ਧਰਮਸ਼ਾਲਾ ਬਣਾ ਦਿੱਤਾ ਹੈ, ਜਿਹਦੇ ਵਿੱਚ ਕਥਾ ਕੀਰਤਨ ਬਾਣੀ ਦਾ ਪ੍ਰਵਾਹ ਚੱਲਦਾ ਹੈ। ਇਸ ਤੋਂ ਪਿੱਛੇ ਜਾਈਏ, ਪਟਨਾ ਸ਼ਹਿਰ ਮੌਰਿਆ ਵੰਸ਼ ਦੀ ਰਾਜਧਾਨੀ ਰਹੀ ਹੈ। ਸਾਧ ਸੰਗਤ ਜੀ, ਚੰਦਰਗੁਪਤ ਮੌਰਿਆ ਦਾ ਪੋਤਾ ਅਸ਼ੋਕ ਸਮਰਾਟ ਜੀ ਨੇ ਇਸ ਥਾਂ ਤੇ ਆਪਣੀ ਤਲਵਾਰ ਸਿੱਟ ਕੇ ਬੁੱਧ ਧਰਮ ਨੂੰ ਗ੍ਰਹਿਣ ਕੀਤਾ। ਜਿੱਥੇ ਅਸ਼ੋਕ ਸਮਰਾਟ ਨੇ ਤਲਵਾਰ ਸਿੱਟੀ ਹੈ, ਉੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ, ਗਰੀਬਾਂ ਦੀ ਰੱਖਿਆ ਕਰਨ ਵਾਸਤੇ ਪੈਦਾ ਹੋਏ ਨੇ। ਔਰ 700 ਸਾਲ ਦੀ ਜਿਹੜੀ ਗੁਲਾਮੀ ਹੈ, ਉਹਨੂੰ ਸਾਧ ਸੰਗਤ ਜੀ ਇਸ ਹਿੰਦੁਸਤਾਨ ਦੇ ਗਲੇ ਤੋਂ ਲਾਇਆ ਹੈ। ਸਾਧ ਸੰਗਤ ਜੀ, ਅਪਾਰ ਕਿਰਪਾ ਰਹਿਮਤ ਹੋਈ ਗੁਰੂ ਤੇਗ ਬਹਾਦਰ ਮਹਾਰਾਜ ਗੁਰਤਾ ਗੱਦੀ ਦੇ ਸੁਭਾਇਮਾਨ ਹੋਏ, ਸੰਗਤਾਂ ਨੂੰ ਤਾਰਦੇ ਹੋਏ ਇਸ ਪਾਵਨ ਪਵਿੱਤਰ ਧਰਤੀ ਤੇ ਮਾਤਾ ਗੁਜਰ ਕੌਰ ਜੀ, ਮਾਮਾ ਕਿਰਪਾਲ ਚੰਦ ਜੀ ਇੱਥੇ ਪਹੁੰਚਦੇ ਨੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਅਸਾਮ ਯਾਤਰਾ ਸ਼ੁਰੂ ਕਰਦੇ ਨੇ। ਔਰ ਇੱਧਰ ਸਮਾਂ ਪਾ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਹੁੰਦਾ ਹੈ। ਚਿੱਠੀ ਪੱਤਰ ਰਾਹੀਂ ਗੁਰੂ ਤੇਗ ਬਹਾਦਰ ਦੱਸਦੇ ਨੇ ਕਿ ਇਸ ਬਾਲਕ ਦਾ ਨਾਂ ਗੋਬਿੰਦ ਰਾਏ ਰੱਖਣਾ ਹੈ। ਸਾਧ ਸੰਗਤ ਜੀ, ਮਹਾਰਾਜ ਵੰਡੇ ਹੋਏ 5 ਸਾਲ ਇਸ ਧਰਤੀ ਤੇ ਰਹੇ। ਅਨੰਦਪੁਰ ਸਾਹਿਬ ਆਉਣਾ ਹੋਇਆ, ਅਨੇਕਾਂ ਕੌਤਕ ਇਸ ਧਰਤੀ ਤੇ ਹੋਏ ਨੇ। ਸਾਰਿਆਂ ਨਾਲੋਂ ਵੱਧ ਸਮਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਤਾਇਆ ਹੈ। ਔਰ ਜਦੋਂ ਵੀ ਦੇਸ਼ ਨੂੰ, ਕੌਮ ਨੂੰ ਲੋੜ ਪਈ ਹੈ, ਸਮੇਂ-ਸਮੇਂ ਸਿਰ ਬਾਲਕ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਸਾਧ ਸੰਗਤ ਜੀ ਸੰਗਤਾਂ ਦੇ ਸਨਮੁਖ ਹੋ ਕੇ ਆਪਣਾ ਜੋ ਫਰਜ਼ ਹੈ ਉਹ ਅਦਾ ਕਰ ਰਹੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਵਾਸਤੇ ਸਨ 1675 ਈਸਵੀ ਨੂੰ ਤੋਰਦੇ ਨੇ। ਅਪਾਰ ਕਿਰਪਾ ਰਹਿਮਤ 9 ਸਾਲ ਦੀ ਉਮਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ। ਰਣਜੀਤ ਨਗਾਰਾ ਇਸ ਧਰਤੀ ਤੇ ਵੱਜਦਾ ਹੈ। 22 ਧਾਰ ਦੇ ਰਾਜਿਆਂ ਦੇ ਵਿੱਚ ਕੰਨਾਂ ਦੇ ਵਿੱਚ ਸਾਧ ਸੰਗਤ ਜੀ ਰਣਜੀਤ ਨਗਾਰਾ ਗੂੰਜਿਆ। ਇਸ ਪਾਵਨ ਧਰਤੀ ਤੇ ਸਾਹਿਬ ਨੇ ਕਿਰਪਾ ਕੀਤੀ ਹੈ, ਖਾਲਸੇ ਦੀ ਸਾਜਨਾ ਕੀਤੀ ਹੈ। ਔਰ ਸਾਧ ਸੰਗਤ, ਅਗਲਾ ਜਿਹੜਾ ਸਨ ਆ ਰਿਹਾ ਹੈ 1700 ਈਸਵੀ ਦੇ ਵਿੱਚ, ਜਿਹੜਾ ਹਿੰਦੁਸਤਾਨ ਹੋਲੀਆਂ ਦੇ ਨਾਲ ਖੇਲਦਾ ਸੀ, ਰੰਗਾਂ ਦੇ ਨਾਲ ਖੇਲਦਾ ਸੀ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਜਾਹੋ ਜਲਾਲ ਨੂੰ ਕਾਇਮ ਰੱਖਦਿਆਂ ਹੋਇਆਂ ਹੋਲੇ ਮਹੱਲੇ ਦੀ ਸਿਰਜਣਾ ਕੀਤੀ ਹੈ। ਅੱਜ ਵੀ ਹਜ਼ਾਰਾਂ ਲੱਖਾਂ ਸੰਗਤਾਂ ਜਾ ਕੇ ਦਰਸ਼ਨ ਦੀਦਾਰ ਕਰਦੀਆਂ ਨੇ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ। ਨਿਹੰਗ ਸਿੰਘ ਜਥੇਬੰਦੀਆਂ ਹੋਲਾ ਮਹੱਲਾ ਖੇਡਦੀਆਂ ਨੇ, ਸੰਗਤਾਂ ਦੂਰੋਂ ਦੂਰੋਂ ਚੱਲ ਕੇ ਦਰਸ਼ਨ ਪਾਉਂਦੀਆਂ ਨੇ। ਸਾਹਿਬ ਜੀ ਨੇ ਅਗਲੇ ਕਾਰਜ ਆਰੰਭ ਕੀਤੇ। ਸਾਧ ਸੰਗਤ ਜੀ, ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਸਮਾਂ ਐਸਾ ਬਣ ਗਿਆ, ਕਲਗੀਧਰ ਪਾਤਸ਼ਾਹ ਨੂੰ ਆਨੰਦਾਂ ਦੀ ਪੁਰੀ ਨੂੰ ਛੱਡਣਾ ਪਿਆ। ਸਾਰੇ ਇਤਿਹਾਸ ਸੰਗਤਾਂ ਸਮੇਂ-ਸਮੇਂ ਸਿਰ ਸਰਵਣ ਕਰਦੀਆਂ ਰਹਿੰਦੀਆਂ ਨੇ। ਚਮਕੌਰ ਦੀ ਜੰਗ, ਛੋਟੇ ਲਾਲਾਂ ਦੀ ਸ਼ਹੀਦੀ, ਸਾਹਿਬ ਜੀ ਮੁਕਤਸਰ ਸਾਹਿਬ ਪਹੁੰਚਦੇ ਨੇ। ਔਰ ਅੱਜ ਦੇ ਖਾਲਸਾ ਪੰਥ ਦਾ 5ਵਾਂ ਤਖਤ ਤਲਵੰਡੀ ਸਾਬੋ ਜਾ ਕੇ ਕਮਰ ਕੱਸਾ ਖੋਲ੍ਹਦੇ ਨੇ। ਇੱਥੇ
ਕਲਗੀਧਰ ਪਾਤਸ਼ਾਹ ਮਹਾਰਾਜ, ਜਿਹੜਾ ਪਹਿਲਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਅਰਜਨ ਦੇਵ ਮਹਾਰਾਜ, ਭਾਈ ਗੁਰਦਾਸ ਜੀ ਨੇ ਲਿਖਿਆ, ਉਹਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ 116 ਸ਼ਬਦ, 59 ਸ਼ਬਦ, 57 ਭੋਗ ਦੇ ਸਲੋਕ ਸਤਿਗੁਰ ਪਾਤਸ਼ਾਹ ਨੇ ਅਪਾਰ ਕਿਰਪਾ ਰਹਿਮਤ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਸੰਪੂਰਨ ਕੀਤੇ। ਧੀਰਮਲ ਨੂੰ ਬੇਨਤੀ ਕੀਤੀ ਹੈ, ਉਹ ਸਰੂਪ ਸਾਨੂੰ ਦੇ ਦਿਓ, ਅਸੀਂ ਉਹਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਦੇ ਨਾਲ ਉਹ ਬਾਣੀ ਸੰਪੂਰਨ ਕਰਵਾਉਣੀ ਹੈ। ਪਰ ਸਾਧ ਸੰਗਤ ਜੀ, ਧੀਰਮਲ ਨੇ ਨਹੀਂ ਦਿੱਤਾ ਉਹ ਸਰੂਪ। ਉਹਨੇ ਬਚਨ ਕਹਿ ਕਿ ਜੇ ਕਲਗੀਧਰ ਪਾਤਸ਼ਾਹ ਮਹਾਰਾਜ ਸੰਤ ਸਿਪਾਹੀ ਨੇ, ਉਹ ਮੇਰੇ ਨਾਲ ਜੰਗ ਕਰਕੇ ਸਰੂਪ ਲੈਣ। ਜੇ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇ ਵਾਰਸ ਨੇ ਤੇ ਪਾਵਨ ਬਾਣੀ ਆਪਣੇ ਮੁਖਾਰ ਚੋਂ ਆਪ ਉਚਾਰ ਲੈਣ। ਸੋ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਧ ਸੰਗਤ ਜੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਰੀ ਬਾਣੀ ਸੰਪੂਰਨ ਕਰਵਾਈ ਹੈ। ਪਹਿਲੇ 30 ਰਾਗ ਨੇ, 31ਵਾਂ ਰਾਗ ਜੈਜਾਵੰਤੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਦਰਜ ਕਰਕੇ ਸੰਪੂਰਨ ਕੀਤਾ ਹੈ। ਔਰ ਭਾਈ ਮਨੀ ਸਿੰਘ ਜੀ ਲਖਾਰੀ, ਬਾਬਾ ਦੀਪ ਸਿੰਘ ਜੀ ਕਲਮ, ਦਵਾਈ, ਦਿਵਾਤ, ਸ਼ਾਹੀ ਆਦਿਕ ਤਿਆਰ ਕਰਦੇ ਨੇ। ਸਾਧ ਸੰਗਤ, ਇੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਗਤਾਂ ਨੂੰ ਉਤਾਰਦੇ ਹੋਏ ਅਖੀਰ ਨਾਂਦੇੜ ਪਹੁੰਚਦੇ ਨੇ। ਔਰ ਅਖੀਰਲੇ ਸਮੇਂ 1708 ਨੂੰ ਸਾਰੇ ਸੰਸਾਰ ਦੇ ਲੋਕਾਂ ਨੂੰ ਇਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਦੇ ਨੇ, ਜੋ ਗਿਆਨੀ ਗਿਆਨ ਸਿੰਘ ਜੀ ਆਪਣੇ ਪਾਵਨ ਇਤਿਹਾਸ ਗ੍ਰੰਥ ਵਿੱਚ ਦਰਜ ਕਰਦੇ ਨੇ। ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ, ਖੋ ਸ਼ਬਦ ਮੈਂ ਲੇ। ਸਾਰਿਆਂ ਨੇ ਸਾਡੇ ਤੋਂ ਬਾਅਦ ਦਾ ਇਸ ਸ਼ਬਦ ਨਾਲ ਜੁੜਨਾ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਖੰਡ ਬਿਆਨਾ ਕਰਦੇ ਨੇ। ਔਰ ਜਿੰਨੇ ਵੀ ਪਾਵਨ ਅਸਥਾਨ ਸਾਹਿਬ ਦੀ ਚਰਨ ਛੋਹ ਪ੍ਰਾਪਤ ਨੇ, ਸੰਗਤਾਂ ਪਿਆਰ ਸ਼ਰਧਾ ਦੇ ਨਾਲ ਉਹਨਾਂ ਸਥਾਨਾਂ 'ਤੇ ਸੇਵਾ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ। ਸਾਧ ਸੰਗਤ ਜੀ, ਜਿਵੇਂ ਪਹਿਲਾਂ ਜ਼ਿਕਰ ਕੀਤਾ, ਸਾਹਿਬ ਜੀ ਦਾ 300 ਸਾਲਾ ਸ਼ਤਾਬਦੀ ਇਸ ਪਾਵਨ ਧਰਤੀ ਤੇ ਮਨਾਉਣ ਦਾ ਸਿੱਖ ਸੰਗਤ ਨੇ ਬੜਾ ਉਦਮ ਉਪਰਾਲਾ ਕੀਤਾ। ਪਰ ਸਾਰੇ ਚਾਹੁੰਦੇ ਨੇ ਸਾਰਿਆਂ ਤੋਂ ਪਹਿਲਾਂ ਇਸ ਪਾਵਨ ਹਰਮੰਦਰ ਦੀ ਉਸਾਰੀ ਜਿਹੜੀ ਉਹ ਕੀਤੀ ਜਾਏ। ਸਾਧ ਸੰਗਤ ਜੀ, ਸਾਹਿਬ ਜੀ 1708 ਵਿੱਚ ਸੱਚਖੰਡ ਬਿਆਨਾ ਕੀਤਾ। ਫਿਰ 18ਵੀਂ ਸਦੀ ਦਾ ਹਰ ਪੰਨਾ, ਹਰ ਦਿਨ ਸਿੱਖਾਂ ਦੀਆਂ ਸ਼ਹਾਦਤਾਂ ਦੇ ਨਾਲ ਰੰਗਿਆ ਹੋਇਆ ਹੈ। ਫਿਰ ਇਹ ਦੇਸ਼ ਗੁਲਾਮ ਹੋ ਗਿਆ। ਫਿਰ ਸਾਧ ਸੰਗਤ ਜੀ ਆਜ਼ਾਦੀ ਆਈ ਤੇ ਹੁਣ 300 ਸਾਲਾ 1966 ਨੂੰ ਜੋ ਸੰਗਤਾਂ ਨੇ ਸ਼ਤਾਬਦੀ 300 ਸਾਲਾ ਸਮਾਗਮ ਮਨਾਉਣੇ ਨੇ, ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ। ਪਹਿਲੇ ਪ੍ਰਬੰਧਕਾਂ ਨੇ ਇਸ ਹਰਮੰਦਰ ਦੀਆਂ ਨੀਹਾਂ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਕੋਲੋਂ ਰਖਵਾਈਆਂ। ਸ਼ਾਮ ਦਾ ਸਮਾਂ ਸੀ। ਉੱਥੇ ਸੱਚਖੰਡ ਵਾਸੀ ਬ੍ਰਹਮ ਗਿਆਨੀ ਧੰਨ ਧੰਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਔਰ ਛੋਟੀ ਉਮਰ ਦੇ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਉਹਨਾਂ ਪਾਵਨ ਅਸਥਾਨਾਂ 'ਤੇ ਬਿਰਾਜੇ ਹੋਏ ਨੇ। ਕਿਉਂਕਿ ਦੇਸ਼ ਦੀ ਵੰਡ ਤੋਂ ਪਹਿਲਾਂ ਵਿਦਿਆ ਦਾਤੇ ਗੁਰੂ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਬਾਬਾ ਭਾਗ ਸਿੰਘ ਜੀ, ਜਿਨ੍ਹਾਂ ਦਾ ਬਹੁਤਾ ਸਮਾਂ ਸਾਧ ਸੰਗਤ ਜੀ ਅੱਜ ਦਾ ਪਾਕਿਸਤਾਨ ਉਹਨਾਂ ਸਥਾਨਾਂ 'ਤੇ ਬਤੀਤ ਹੁੰਦਾ ਸੀ। ਨਾਲ ਸੰਤ ਬਾਬਾ ਕਰਤਾਰ ਸਿੰਘ ਜੀ ਉਸ ਪ੍ਰਭੂ ਪਰਮਾਤਮਾ ਦੀ ਭਗਤੀ ਦੇ ਰਸ ਮਾਣਦੇ ਨੇ। ਬਹੁਤ ਸਾਰੀ ਸੰਗਤ ਪਾਕਿਸਤਾਨ ਤੋਂ ਚੱਲ ਕੇ ਇਸ ਪਟਨੇ ਦੇ ਇਲਾਕੇ 'ਤੇ ਆਣ ਕੇ ਵਸੀ ਹੈ। ਬਾਬਾ ਭਾਗ ਸਿੰਘ ਜੀ 1944 ਨੂੰ ਸੱਚਖੰਡ ਬਿਆਨਾ ਕਰਦੇ ਨੇ। ਹਰ ਸਾਲ ਇਹ ਬਰਸੀ ਸਮਾਗਮ 8 ਫਰਵਰੀ ਨੂੰ ਸਿੱਖ ਸੰਗਤਾਂ ਇਲਾਕਾ ਨਿਵਾਸੀ ਉਸ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਨਾਉਂਦੀਆਂ ਨੇ। ਸਾਧ ਸੰਗਤ, ਇੱਥੇ
ਇਹ ਨੀਆਂ ਪੁੱਟੀਆਂ ਨੂੰ 6 ਸਾਲ ਹੋ ਗਏ ਔਰ ਇਹ ਬਚਨ ਬਾਬਾ ਹਰਖੋਵਾਲ ਵਾਲੇ ਮਹਾਂਪੁਰਸ਼ ਜਿਨ੍ਹਾਂ ਨੇ ਕਹੇ ਕਿ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਐਸੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜਨਮ ਅਸਥਾਨ ਇਹਦੀਆਂ ਨੀਆਂ ਸ਼ਾਮ ਨੂੰ ਪਟੀਆਂ ਨੇ। ਇਹ ਕਦੀ ਸੰਪੂਰਨ ਨਹੀਂ ਹੋਵੇਗਾ। ਸਾਧ ਕੀ ਮਹਿਮਾ ਵੇਦ ਨ ਜਾਣੈ, ਜੇਤਾ ਸੁਨੈ ਤੇਤਾ ਬੁਖਿਆਨੈ। 6 ਸਾਲ ਇਹ ਨੀਆਂ ਇਸੇ ਤਰ੍ਹਾਂ ਪਟੀਆਂ ਰਹੀਆਂ ਨੇ। ਸਾਧ ਸੰਗਤ ਫਿਰ ਬਾਬਾ ਭਾਗ ਸਿੰਘ ਜੀ ਦੀ ਬਰਸੀ ਤੇ ਮਹਾਂਪੁਰਸ਼ ਇਕੱਤਰ ਹੋਏ, ਜਿਹਦੇ ਵਿੱਚ ਹਰਖੋਵਾਲ ਵਾਲੇ ਮਹਾਂਪੁਰਸ਼, ਜਿਹਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ, ਜਿਹਦੇ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਔਰ ਪੰਡਿਤ ਨਿਹਚਲ ਸਿੰਘ ਜੀ ਜਗਾਦਰੀ ਵਾਲੇ ਸਾਰੇ ਇਕੱਤਰ ਨੇ। ਪੰਡਿਤ ਨਿਹਚਲ ਸਿੰਘ ਜੀ ਜਗਾਦਰੀ ਵਾਲਿਆਂ ਨੇ ਭਰੇ ਦਰਬਾਰ ਵਿੱਚ ਇਹ ਬਚਨ ਕਹੇ, ਇਸ ਹਰਮੰਦਰ ਦੀ ਸੇਵਾ ਇਹ ਛੋਟੀ ਉਮਰ ਦੇ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਇਹ ਕਰਵਾਉਣਗੇ। ਅਕਾਲ ਪੁਰਖ ਨੇ ਇਹ ਸੇਵਾ ਤੁਹਾਡੇ ਕੋਲੋਂ ਲੈਣੀ ਹੈ। ਔਰ ਸਾਧ ਸੰਗਤ ਜੀ, ਭਗਤੀ ਦੇ ਜੀਵਨ ਵੱਲੋਂ ਗੁਰਧਾਮਾਂ ਦੀ ਸੇਵਾ ਵਾਸਤੇ ਹਰਖੋਵਾਲ ਵਾਲੇ ਮਹਾਂਪੁਰਸ਼ਾਂ ਨੇ ਇੱਧਰ ਅਕਾਲ ਪੁਰਖ ਦੀ ਸੇਵਾ ਜਿਹੜੀ ਹੈ ਗੁਰਧਾਮਾਂ ਦੀ ਉਹ ਲੈਣੀ ਕੀਤੀ। ਇਹ ਵਚਨ ਹਰਖੋਵਾਲ ਵਾਲੇ ਮਹਾਂਪੁਰਸ਼ਾਂ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਕਹੇ ਕਿ ਅੱਜ ਤੋਂ ਬਾਅਦ ਜੰਗਲ ਦੀ ਭਗਤੀ ਨਾਲੋਂ ਗੁਰਧਾਮਾਂ ਦੀ ਸੇਵਾ ਅਤੀ ਜ਼ਰੂਰੀ ਹੈ, ਤੁਸੀਂ ਉਸਾਰਨੀ ਹੈ। ਸਾਧ ਸੰਗਤ ਸੇਵਾ ਸ਼ੁਰੂ ਹੋਈ। ਸਾਧ ਸੰਗਤ ਦਾ ਆਉਣਾ ਹੋ ਗਿਆ। ਕਾਨਪੁਰ ਦੇ ਰਹਿਣ ਵਾਲੇ ਠਾਕੁਰ ਸਿੰਘ ਜੀ ਸਾਰਿਆਂ ਤੋਂ ਪਹਿਲਾਂ ਉਹ ਆਏ। ਸੇਵਾ ਵਾਸਤੇ ਸ਼ਾਮ ਨੂੰ ਅਨਾਉਂਸਮੈਂਟ ਹੋਈ ਤੇ ਉਹ ਆਪਣੇ ਮਨ ਵਿੱਚ ਇਹ ਧਾਰ ਕੇ ਆਇਆ ਸੀ ਕਿ ਜਿੰਨੇ ਬਾਬਾ ਜੀ ਮੇਰੀ ਡਿਊਟੀ ਲਾਉਣਗੇ, ਜਿੰਨੀ ਸੇਵਾ ਕਹਿਣਗੇ, ਉਹਦੇ ਨਾਲੋਂ ਮੈਂ 500 ਰੁਪਈਆ ਉਸ ਹਿਸਾਬ ਦੇ ਨਾਲ ਜ਼ਿਆਦਾ ਭੇਟਾ ਕਰਾਂਗਾ। ਸੋ ਸਾਧ ਸੰਗਤ ਜੀ, ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਸੰਤ ਬਾਬਾ ਕਰਤਾਰ ਸਿੰਘ ਜੀ, ਇਸੇ ਤਰ੍ਹਾਂ ਜਥੇਦਾਰ ਬਾਬਾ ਸੋਹਣ ਸਿੰਘ ਜੀ ਬਿਧੀ ਚੰਦੀਏ ਸੁਰਸਰ ਵਾਲੇ, ਸਾਰੀਆਂ ਸੰਗਤਾਂ ਇਕੱਤਰ ਹੋਈਆਂ ਨੇ। ਪਹਿਲੀ ਰਕਮ 2500 ਰੁਪਈਆ ਆਈ। ਸ਼ਾਮ ਦਾ ਲੰਗਰ ਸਮਾਪਤੀ ਹੋਈ ਦਰਬਾਰ ਦੀ। ਸੰਗਤਾਂ ਵਿੱਚ ਅਨਾਉਂਸਮੈਂਟ ਹੋਈ ਹੈ 300 ਸਾਲਾ ਸ਼ਤਾਬਦੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਆਪਾਂ ਸੰਗਤਾਂ ਨੇ ਮਨਾਉਣਾ ਹੈ ਔਰ ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਆਰੰਭ ਹੋਣੀ ਹੈ। ਆਪ ਸੰਗਤਾਂ ਵੱਧ ਤੋਂ ਵੱਧ ਸੇਵਾ ਦਾ ਹਿੱਸਾ ਪਾਓ। ਸੋ ਸਾਧ ਸੰਗਤ, ਸ਼ਾਮ ਦੇ ਸਮੇਂ 8000 ਰੁਪਈਆ ਇਕੱਠਾ ਹੋ ਗਿਆ ਹੈ ਔਰ ਸ਼ਾਮ ਨੂੰ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਬਾਬਾ ਕਰਤਾਰ ਸਿੰਘ ਜੀ ਮੁਜ਼ੱਫਰਪੁਰ ਜੋ ਯੂਪੀ ਤੇ ਬਿਹਾਰ ਦੇ ਬਾਰਡਰ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ ਮਨਾਉਣ ਜਾਂਦੇ ਨੇ। ਉੱਥੇ ਗਏ, ਜਦੋਂ ਵਾਪਸ ਆਏ, ਪ੍ਰਬੰਧਕਾਂ ਨੇ, ਕੁਝ ਸ਼ਰਾਰਤੀ ਬੰਦਿਆਂ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਖਿਲਾਫ ਇਹ ਰਿਪੋਰਟ ਲਿਖਾਈ ਹੈ ਕਿ ਇਹ ਮਾਇਆ ਕਤਰ ਕਰਕੇ ਸੰਤ ਬਾਬਾ ਕਰਤਾਰ ਸਿੰਘ ਜੀ ਕਿਤੇ ਚਲੇ ਗਏ। ਜ਼ਿਲ੍ਹਾ ਮੈਜਿਸਟ੍ਰੇਟ ਦੇ ਕੋਲ ਰਿਪੋਰਟ ਲਿਖਾਈ ਗਈ। ਜਦੋਂ ਵਾਪਸ ਆਏ, ਬਾਬਾ ਜਵਾਲਾ ਸਿੰਘ ਜੀ ਨੇ ਇੱਕ ਬਚਨ ਕਿਹਾ, ਆ ਬੋਰੀ ਲੈਣੀ ਹੈ, ਇਸ ਤਖਤ ਦੇ ਬਾਹਰ ਦਰਸ਼ਨੀ ਡਿਉੜੀ ਤੇ ਵਿਛਾ ਲੈਣੀ ਹੈ, ਪ੍ਰਸ਼ਾਦਾ ਪਾਣੀ ਇੱਥੇ ਛਕਣਾ, ਤੇ ਜਦੋਂ ਕਿਸੇ ਕੰਮ ਵਾਸਤੇ ਉੱਠਣਾ ਫਿਰ ਬਾਹਰ ਜਾਣਾ, ਨਹੀਂ ਤੇ ਨਹੀਂ ਜਾਣਾ। ਕਲਗੀਧਰ ਪਾਤਸ਼ਾਹ ਨੇ ਇਹ ਸੇਵਾ ਤੁਹਾਡੇ ਕੋਲੋਂ ਲੈਣੀ ਹੈ। ਸਾਧ ਸੰਗਤ, ਈਰਖਾਲੂ ਬਿਰਤੀ ਵਾਲਿਆਂ ਨੇ ਇੱਥੋਂ ਤੱਕ ਜ਼ੋਰ ਲਾਇਆ, ਦੇਸ਼ ਦੀ ਸੀਬੀਆਈ ਤੱਕ ਪਹੁੰਚ ਕੀਤੀ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਪਹੁੰਚ ਕੀਤੀ ਹੈ ਕਿ ਇਹ ਸੇਵਾ ਸੰਪੂਰਨ ਨਾ ਹੋਵੇ। ਸਾਧ ਸੰਗਤ, ਪਰ ਕਿਰਪਾ ਕਰਦੇ ਨੇ ਸਤਿਗੁਰ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਝ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਸਾਧ ਸੰਗਤ ਜੀ, ਅਪਾਰ ਕਿਰਪਾ ਹੋਈ। ਦਿਨ ਰਾਤ ਸੇਵਾ ਚੱਲੀ। 10 ਮਹੀਨਿਆਂ ਦੇ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਉਸਾਰੀ ਕਰਵਾਈ। ਲੈਂਟਰ ਦਾ ਸਮਾਂ ਆ ਗਿਆ। ਫਿਰ ਅਕਾਲ ਪੁਰਖ ਅੱਗੇ ਕਿਰਪਾ ਬੇਨਤੀ ਕਰਦੇ ਨੇ, ਕਿਉਂਕਿ ਅੱਜ ਵਰਗਾ ਮਸ਼ੀਨੀ ਯੁੱਗ ਨਹੀਂ ਹੈ।
ਸਾਧ ਸੰਗਤ ਜੀ, ਅੱਜ ਮਸ਼ੀਨੀ ਯੁੱਗ ਹੈ, ਬੜੇ ਕਾਰਨ ਛੇਤੀ ਛੇਤੀ ਹੋ ਜਾਂਦੇ ਨੇ। ਉਸ ਸਮੇਂ ਸੰਗਤਾਂ ਇਸ ਤਨਦੇਹੀ ਦੇ ਨਾਲ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ। ਅਕਾਲ ਪੁਰਖ ਨੇ ਅਰਦਾਸ ਬੇਨਤੀ ਪ੍ਰਵਾਨ ਕੀਤੀ ਹੈ ਔਰ ਸਿੱਖ ਰੈਜੀਮੈਂਟ ਜਿਹੜੀ ਆਪਣੇ ਉਹ ਸਰਵੇ ਦੇ ਅਧੀਨ ਉੱਥੇ ਪਹੁੰਚੀ, ਕਹਿੰਦੇ ਪ੍ਰਸ਼ਾਦਾ ਛਕਣਾ। ਸੰਤ ਬਾਬਾ ਕਰਤਾਰ ਸਿੰਘ ਜੀ ਬੇਨਤੀ ਕਰਦੇ ਨੇ, ਭਾਈ ਪਹਿਲਾਂ ਇਸ ਪਾਤਸ਼ਾਹ ਦੇ ਘਰ ਦੀ ਉਸਾਰੀ ਹੋ ਰਹੀ ਹੈ, ਆਪ ਸੇਵਾ ਦੇ ਵਿੱਚ ਹਿੱਸਾ ਪਾਓ, ਉਸ ਤੋਂ ਬਾਅਦ ਆ ਸਾਰੀ ਸੰਗਤ ਪ੍ਰਸ਼ਾਦਾ ਛਕੇਗੀ। ਸਾਧ ਸੰਗਤ ਜੀ, ਅਪਾਰ ਕਿਰਪਾ ਰਹਿਮਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ, ਕਿਰਪਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਔਰ ਸਾਧ ਸੰਗਤ ਜੀ, ਉਹ ਜਿਹੜਾ ਲੈਂਟਰ ਸੰਪੂਰਨ ਹੋਇਆ, ਜਿਹੜੀ ਬਿਲਡਿੰਗ ਅੱਜ ਸੰਗਤਾਂ ਜਾ ਕੇ ਤੱਕਦੀਆਂ ਨੇ, ਦਰਸ਼ਨ ਦੀਦਾਰ ਕਰਦੀਆਂ ਨੇ, ਇਹ ਬਿਲਡਿੰਗ ਸੰਤ ਬਾਬਾ ਕਰਤਾਰ ਸਿੰਘ ਜੀ ਨੇ, ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਔਰ ਬੇਅੰਤ ਜਥੇਬੰਦੀਆਂ 1962 ਨੂੰ ਸੰਪੂਰਨ ਕਰਵਾਈ ਹੈ। ਔਰ 300 ਸਾਲਾ ਸ਼ਤਾਬਦੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦੀ ਸਿੱਖ ਸੰਗਤਾਂ ਨੇ ਬੜੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਮਨਾਈ। ਦੇਸ਼ ਦਾ ਰਾਸ਼ਟਰਪਤੀ ਪਹੁੰਚਿਆ, ਜਿਹੜਾ ਇਹ ਦੇਖ ਕੇ ਹੈਰਾਨ ਸੀ, ਏਡਾ ਵੱਡਾ ਹਾਲ, ਏਡੀ ਵੱਡੀ ਬਿਲਡਿੰਗ ਮਹਾਂਪੁਰਸ਼ਾਂ ਨੇ 10 ਮਹੀਨਿਆਂ ਦੇ ਵਿੱਚ ਆਰੰਭ ਕਰਵਾਈ ਹੈ। ਤੇ ਫਿਰ ਉਹ ਬੇਨਤੀ ਕਰਦੇ ਨੇ ਕਿ ਕੋਈ ਮੇਰੇ ਲਾਇਕ ਸੇਵਾ ਹੋਵੇ ਤੇ ਦੱਸਿਓ। ਸਾਧ ਸੰਗਤ ਜੀ, ਮਹਾਂਪੁਰਸ਼ਾਂ ਨੇ ਬੇਨਤੀ ਕੀਤੀ, ਅਸੀਂ ਜੋ ਸਾਰੀ ਕਰਵਾਉਂਦੇ ਹਾਂ, ਜੋ ਉੱਪਰ ਗੁੰਮਤ ਬਣਦੇ ਨੇ, ਉਹਨਾਂ ਤੇ ਸੋਨੇ ਦੀ ਸੇਵਾ ਸਿੱਖ ਸੰਗਤਾਂ ਕਰਦੀਆਂ, ਕਿਉਂਕਿ ਸੋਨਾ ਉਸ ਵੇਲੇ ਬਲੈਕ ਵਿੱਚ ਵਿਕਦਾ ਸੀ। ਸਾਧ ਸੰਗਤ, ਇਹਦੀ ਸਾਨੂੰ ਪਰਮਿਸ਼ਨ ਦਵਾ ਦਿਓ ਤੇ ਫਿਰ ਅਸੀਂ ਗੁਰੂ ਧਾਮਾਂ ਦੀ ਹੋਰ ਸੇਵਾ ਕਰੀਏ। ਸੋ ਰਾਸ਼ਟਰਪਤੀ ਨੇ ਆਪਣੀ ਜਿਹੜੀ ਚਿੱਠੀ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਲਿਖ ਕੇ ਦਿੱਤੀ ਹੈ, ਅੱਜ ਤੋਂ ਬਾਅਦ ਤੁਹਾਨੂੰ ਕੋਈ ਪੁੱਛੇਗਾ ਨਹੀਂ, ਤੁਹਾਨੂੰ ਕੋਈ ਰੋਕੇਗਾ ਨਹੀਂ, ਜਿੰਨੀ ਤੁਸੀਂ ਸੇਵਾ ਕਰਾਉਣੀ ਚਾਹੋ ਕਰਵਾ ਸਕਦੇ ਹੋ। ਸਾਧ ਸੰਗਤ ਜੀ, ਬਹੁਤ ਸਾਰਾ ਸੋਨਾ 84 ਵੇਲੇ, ਜਿਵੇਂ ਕਿ ਪਹਿਲੇ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਸੋਨੇ ਦੀ ਸੇਵਾ ਹੋਈ। 2.5 ਕੁਇੰਟਲ ਸੋਨਾ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਇਹਨਾਂ ਅਸਥਾਨਾਂ ਵਾਸਤੇ ਕਰਵਾਇਆ। 84 ਦਾ ਸਮਾਂ ਆਇਆ, ਬਹੁਤ ਸਾਰਾ ਸੋਨਾ ਸੰਤ ਬਾਬਾ ਕਰਤਾਰ ਸਿੰਘ ਸਿੱਖ ਸੰਗਤਾਂ ਦਾ ਜ਼ਬਤ ਕੀਤਾ ਗਿਆ ਹਿੰਦੁਸਤਾਨ ਦੀ ਸਰਕਾਰ ਵੱਲੋਂ। ਤੇ ਉਹ ਫਿਰ ਜਦੋਂ ਸੇਵਾਦਾਰਾਂ ਦੀ ਪੁੱਛ ਪ੍ਰਤੀਤ ਹੋਈ, ਸੰਤ ਬਾਬਾ ਕਰਤਾਰ ਸਿੰਘ ਤੱਕ ਪਹੁੰਚ ਕੀਤੀ। ਗੋਂਦਵਾਲ ਬਰਾਜੇ ਹੋਏ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਨਗਰੀ ਤੇ, ਇੱਥੇ ਆਣ ਕੇ ਬੇਨਤੀ ਕਰਦੇ ਨੇ, ਤੁਹਾਨੂੰ ਪੇਸ਼ ਹੋਣਾ ਪਵੇਗਾ, ਇੰਨਾ ਸੋਨਾ ਤੁਹਾਡੇ ਕੋਲ ਕਿੱਥੋਂ ਆਇਆ ਹੈ। ਮਹਾਂਪੁਰਸ਼ ਗਏ, ਜਾ ਕੇ ਅਫਸਰ ਨੂੰ ਬੇਨਤੀ ਕਰਦੇ ਨੇ, ਇਹ ਉਸ ਦਾਤੇ ਦੀ ਲੀਲਾ ਹੈ, ਸੰਗਤਾਂ ਸੇਵਾ ਕਰਾ ਰਹੀਆਂ ਨੇ, ਅਸੀਂ ਕਰ ਰਹੇ ਹਾਂ, ਸਾਡੇ ਤੇ ਹੱਥ ਵਿੱਚ ਕੁਝ ਵੀ ਨਹੀਂ। ਪਰ ਜਦੋਂ ਜ਼ਿਆਦਾ ਦਬਾਅ ਪਾਇਆ, ਉਸ ਵੇਲੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਉਹ ਰਾਸ਼ਟਰਪਤੀ ਦੀ ਚਿੱਠੀ ਉਸ ਅਫਸਰ ਨੂੰ ਕੱਢ ਕੇ ਵਿਖਾਈ, ਜਿਹੜਾ ਸਾਰਾ ਸੋਨਾ ਜ਼ਬਤ ਕੀਤਾ ਹੋਇਆ ਸੀ, ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਵਾਪਸ ਕੀਤਾ ਤੇ ਤੁਸੀਂ ਜਿੰਨੀ ਸੇਵਾ ਚਾਹੋ ਉਹ ਗੁਰਧਾਮਾਂ ਦੀ ਕਰਾ ਸਕਦੇ ਹੋ। ਸਾਧ ਸੰਗਤ ਜੀ, ਆਪ ਜੀ ਨੇ ਪਹਿਲਾਂ ਵੀ ਬਚਨ ਸਰਵਣ ਕੀਤੇ ਨੇ, ਬੇਬੇ ਨਾਨਕੀ ਗੁਰਧਾਮ ਦੀ ਸੇਵਾ, ਅੱਜ ਦੇ ਸੁਲਤਾਨਪੁਰ ਸਾਹਿਬ, ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰ, ਉਹਨਾਂ ਸਥਾਨਾਂ ਦੀ ਸੇਵਾ, ਘੰਟਾ ਘਰ ਵਾਲੇ ਪਾਸੇ ਜਿਹੜੇ ਕਮਰੇ ਨੇ ਉਹਨਾਂ ਦੀ ਸੇਵਾ। ਤੇ ਹੁਣ ਇਸੇ ਲੜੀ ਦੇ ਤਹਿਤ, ਤੀਸਰੀ ਲੜੀ ਦੇ ਤਹਿਤ, ਆਪ ਜੀ ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ, ਸੰਤ ਬਾਬਾ ਕਰਤਾਰ ਸਿੰਘ ਜੀ ਦੌਂਦਮਾ ਸਾਹਿਬ ਵਾਲੇ ਮਹਾਨ ਸ਼ਹੀਦ ਪਰਉਪਕਾਰੀ ਬ੍ਰਹਮ ਗਿਆਨੀ ਤਤ ਬੇਤਾ ਧੰਨ ਧੰਨ ਬਾਬਾ ਵੀਰ ਸਿੰਘ ਮਹਾਰਾਜ ਜੀ ਦੇ ਸੇਵਾਦਾਰ, ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਇਸ ਪਾਵਨ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਵਾਈ ਹੈ, ਜਿੱਥੇ ਆਪ ਸੰਗਤਾਂ ਅੱਜ ਜਾ ਕੇ ਲਾਹਾ ਪ੍ਰਾਪਤ ਕਰਦੇ ਹੋ, ਸਜਦਾ ਕਰਦੇ ਹੋ ਉਸ ਪਾਵਨ ਧਰਤੀ ਨੂੰ, ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅਵਤਾਰ ਲਿਆ, ਸਾਰੀ ਮਨੁੱਖਤਾ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਲੜ ਲਾਇਆ। ਤੇ ਇਹ ਵਚਨ ਕਹੇ,
ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ। ਨਾਨਕ ਨਿਰਭਉ ਨਿਰੰਕਾਰ ਵਿਚ ਸਿੱਧਾ ਖੇਲਾ। ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ। ਪੀਓ ਪਾਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਸਾਧ ਸੰਗਤ ਜੀ, ਆਪਾਂ ਵੀ ਸਾਰੇ ਗੁਰੂ ਵਾਲੇ ਬਣੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸ਼ਬਦ ਗੁਰੂ ਆਪਣਾ ਸਜਦਾ ਅਰਪਣ ਕਰੀਏ ਔਰ ਕਲਗੀਧਰ ਪਾਤਸ਼ਾਹ ਮਹਾਰਾਜ ਵੱਲੋਂ ਜੋ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਪੰਜਾਂ ਬਾਣੀਆਂ ਦੇ ਧਾਰਨੀ ਹੋ ਕੇ, ਨਿਤਨੇਮੀ ਹੋ ਕੇ ਅਕਾਲ ਪੁਰਖ ਦੇ ਸਾਹਮਣੇ ਇਉਂ ਜਾਈਏ ਜਿਹੜੇ ਬਚਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਦੇ ਨੇ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸੋ ਆ ਵੰਡਿਆ ਭਾਗਾਂ ਵਾਲੇ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਸਰਵਣ ਕਰਦੇ ਹੋ, ਉੱਥੇ ਇਹ ਪਾਵਨ ਬਚਨ ਵਾਰਾਂ ਦੇ ਵਿੱਚੋਂ ਭਾਈ ਗੁਰਦਾਸ ਸਿੰਘ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ 52 ਕਵੀਆਂ ਦੇ ਵਿੱਚੋਂ ਇਹ ਵਾਰ ਦੀ ਪੌੜੀ ਸਰਵਣ ਕਰ ਰਹੇ ਹੋ। ਨਾਲ ਨਾਲ ਸਾਹਿਬ ਸ੍ਰੀ ਤਖਤ ਸਾਹਿਬ ਪਟਨਾ ਹਰਮੰਦਰ ਸਾਹਿਬ ਜੀ ਦੇ ਬਚਨ ਔਰ ਨਾਲ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਕਿਵੇਂ ਆਪਣੇ ਇਸ ਜੀਵਨ ਦੇ ਵਿੱਚ ਗੁਰਧਾਮਾਂ ਦੀ ਸੇਵਾ ਕਰਾ ਕੇ ਅਕਾਲ ਪੁਰਖ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਸੰਗਤ ਨੂੰ ਸਦਾ ਵਾਸਤੇ ਉਸ ਸੱਚ ਦੇ ਨਾਲ ਜੋੜਿਆ ਹੈ। ਆਓ ਆਪਾਂ ਵੀ ਗੁਰੂ ਵਾਲੇ ਬਣੀਏ, ਪੰਜਾਂ ਕਕਾਰਾਂ ਦੇ ਧਾਰਨੀ ਹੋਈਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਆਓ ਬੜੇ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸਤਤ ਦੇ ਵਿੱਚ ਬਚਨ ਸਰਵਣ ਕਰੀਏ ਜੀ। ਵਾਹੋ ਵਾਹੋ ਗੋਬਿੰਦ ਸਿੰਘ, ਵਾਹੋ ਵਾਹੋ ਗੋਬਿੰਦ ਸਿੰਘ। ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ।